किसान अकेडमी ਦੇ ਆਨਲਾਈਨ ਪਲੇਟਫਾਰਮ ਦੇ ਉੱਪਰ ਤੁਹਾਡਾ ਸਵਾਗਤ ਹੈ। ਤੁਸੀਂ ਮੇਰੇ ਨਾਲ ਐਨਟੀਟੀ ਦੇ ਬੈਚ ਦੇ ਵਿੱਚ ਜੁੜੇ ਹੋਏ ਹੋ ਤੇ ਅਸੀਂ ਜਿਸ ਟੌਪਿਕ ਦੀ ਅੱਜ ਕਰ ਰਹੇ ਹਾਂ ਡਿਸਕਸ਼ਨ ਐਮਸੀਕਿਊ ਡਿਸਕਸ਼ਨ ਉਹ ਹੈ ਟੀਚਿੰਗ ਮੈਥਡੋਲੋਜੀ ਤੁਹਾਡੇ ਐਫ ਪਾਰਟ ਦੇ ਨਾਲ ਰਿਲੇਟਡ ਕਿ ਟੀਚਰਸ ਨੇ ਜਿਹੜੇ ਪ੍ਰੀ ਪ੍ਰਾਇਮਰੀ ਲੈਵਲ ਦੇ ਉੱਪਰ ਕਿਵੇਂ ਦੇ ਮੈਥਡ ਅਡਾਪਟ ਕਰ ਸਕਦੇ ਨੇ, ਕਿਹੜੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਸਕਦੇ ਨੇ, ਉਹਦੇ ਨਾਲ ਰਿਲੇਟਡ ਹੈ ਟੌਪਿਕ। ਤਾਂ ਸਾਡੇ ਕੋਲ ਜਿਹੜਾ ਫਰਸਟ ਕੁਐਸਚਨ ਹੈ ਇੱਥੇ, ਐਨ ਆਈਡਲ ਟੀਚਰ ਸ਼ੁੱਡ ਕੰਸਨਟਰੇਟ। ਇੱਕ ਜਿਹੜਾ ਬਹੁਤ ਵਧੀਆ ਟੀਚਰ ਆ, ਆਦਰਸ਼ ਟੀਚਰ ਆ, ਉਹਨੂੰ ਕਿਹੜੀਆਂ ਗੱਲਾਂ ਧਿਆਨ ਦੇ ਵਿੱਚ ਰੱਖਣੀਆਂ ਪੈਂਦੀਆਂ, ਉਹ ਕਿਹੜੀ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦਾ। ਤਾਂ ਸਾਡੇ ਕੋਲ ਜਿਹੜੀ ਫਰਸਟ ਚੀਜ਼ ਆ ਉਹ ਹੈਗਾ ਔਨ ਟੀਚਿੰਗ ਮੈਥਡ। ਉਹ ਟੀਚਿੰਗ ਮੈਥਡ ਅਧਿਆਪਨ ਦੀ ਜਿਹੜੀ ਵਿਧੀ ਆ ਉਹਨੂੰ ਧਿਆਨ ਦੇ ਵਿੱਚ ਰੱਖੂਗਾ। ਔਨ ਦਾ ਸਬਜੈਕਟ ਬੀਇੰਗ ਟੌਟ, ਜਿਹੜੇ ਵਿਸ਼ੇ ਨੂੰ ਉਹਨੇ ਪੜ੍ਹਾਉਣਾ ਉਸ ਵਿਸ਼ੇ ਨੂੰ ਧਿਆਨ ਦੇ ਵਿੱਚ ਰੱਖੂਗਾ। ਜਾਂ on the student and their behavior, ਜਿਹੜਾ ਬੱਚਾ ਹੈਗਾ ਤੇ ਉਹਦਾ ਬਿਹੇਵੀਅਰ ਆ, ਮਤਲਬ ਕਿ ਚਾਈਲਡ ਸੈਂਟਰ ਸਟੇਟਮੈਂਟ ਕਿ ਇੱਕ ਬੱਚੇ ਦਾ ਜਿਹੜਾ ਬਿਹੇਵੀਅਰ ਆ ਉਹਨੂੰ ਧਿਆਨ ਦੇ ਵਿੱਚ ਰੱਖੂਗਾ। ਤਾਂ ਇੱਕ ਗੁੱਡ ਟੀਚਰ ਕੀ ਕਰੂਗਾ, ਸਾਰਾ ਕੁਝ ਕਰੂਗਾ, ਮਤਲਬ ਕਿ ਉਹ ਇੱਕ ਚੰਗਾ ਮੈਥਡ ਵੀ ਅਡਾਪਟ ਕਰੂਗਾ, ਉਹ ਵਿਸ਼ੇ ਦੀ ਇਨਫੋਰਮੇਸ਼ਨ ਵੀ ਰੱਖੂਗਾ ਤੇ ਜਿਹੜਾ ਬੱਚੇ ਦਾ ਬਿਹੇਵੀਅਰ ਹੈਗਾ ਉਹਦੇ ਬਿਹੇਵੀਅਰ ਨੂੰ ਵੀ ਉਹ ਆਪਣੇ ਧਿਆਨ ਦੇ ਵਿੱਚ ਰੱਖੂਗਾ ਜੇ ਇੱਕ ਬੈਸਟ ਟੀਚਰ ਆ। ਠੀਕ ਹੈ ਜੀ। ਸੈਕਿੰਡ ਕੁਐਸਚਨ ਆਪਣੇ ਕੋਲ ਦਾ ਮੇਨ ਆਪਰੇਸ਼ਨ ਇਨ ਇੰਟਰੈਕਟਿਵ ਸਟੇਜ ਆਫ ਟੀਚਿੰਗ। ਆਪਾਂ ਟੀਚਿੰਗ ਦੀਆਂ 3 ਸਟੇਜਾਂ ਨੂੰ ਪੜ੍ਹਦੇ ਹੁੰਦੇ ਆ, ਪ੍ਰੀ ਐਕਟਿਵ ਫੇਜ਼, ਇੰਟਰਐਕਟਿਵ ਫੇਜ਼ ਐਂਡ ਪੋਸਟ ਐਕਟਿਵ ਫੇਜ਼। ਠੀਕ ਹੈ ਜੀ। ਪ੍ਰੀ ਐਕਟਿਵ ਫੇਜ਼ ਕੀ ਹੁੰਦਾ, ਜਿਹਦੇ ਵਿੱਚ ਟੀਚਰ ਪਲੈਨਿੰਗ ਕਰਦਾ ਕਿ ਬੱਚੇ ਨੂੰ ਮੈਂ ਕੀ ਪੜ੍ਹਾਉਣਾ, ਠੀਕ ਹੈ, ਉਹਨੂੰ ਕਿਵੇਂ ਬੱਚੇ ਦੇ ਸਾਹਮਣੇ ਪ੍ਰੈਜ਼ੈਂਟ ਕਰਨਾ। ਤੇ ਇੰਟਰਐਕਟਿਵ ਫੇਜ਼ ਕੀ ਆ, ਜਿੱਥੇ ਟੀਚਰ ਬੱਚੇ ਐਗਜ਼ੀਕਿਊਟ ਕਰਦਾ ਆਪਦੇ ਪਲਾਨ ਨੂੰ, ਜਿੱਥੇ ਉਹ ਟੀਚਰ ਬੱਚੇ ਦੇ ਨਾਲ ਡਿਸਕਸ ਕਰਦਾ, ਦੋਨਾਂ ਦੇ ਵਿੱਚ ਇੰਟਰੈਕਸ਼ਨ ਹੁੰਦੀ ਆ। ਤੇ ਪੋਸਟ ਐਕਟਿਵ ਫੇਜ਼ ਕੀ ਆ, ਜਿੱਥੇ ਉਹ ਬੱਚੇ ਦਾ ਫੀਡਬੈਕ ਲੈਂਦਾ ਜੋ ਉਹਨੇ ਇੰਟਰੈਕਟਿਵ ਫੇਜ਼ ਦੇ ਵਿੱਚ ਪੜ੍ਹਾਇਆ ਸੀ। ਠੀਕ ਹੈ ਜੀ। ਤਾਂ ਇੱਥੇ ਕੁਐਸਚਨ ਆਪਣੇ ਕੋਲ ਕਿ ਮੇਨ ਆਕੂਪੇਸ਼ਨ ਕੀ ਆ ਇਨ ਇੰਟਰਐਕਟਿਵ ਸਟੇਜ ਆਫ ਟੀਚਿੰਗ। ਅਧਿਆਪਨ ਦੀ ਅੰਤਰ ਕਿਰਿਆ ਅਵਸਥਾ ਜਿੱਥੇ ਐਗਜ਼ੀਕਿਊਟ ਕਰਦਾ ਟੀਚਰ ਆਪਦੇ ਪਲਾਨ ਨੂੰ, ਉੱਥੇ ਮੁੱਖ ਕਾਰਜ ਕੀ ਆ। ਤਾਂ ਆਪਸ਼ਨ ਫਰਸਟ ਆਪਣੇ ਕੋਲ ਡਾਇਗਨੋਸਿਸ ਕਰਦਾ। ਠੀਕ ਹੈ। ਡਾਇਗਨੋਸ ਮਤਲਬ ਹੁੰਦਾ ਜਿਵੇਂ ਤਸ਼ਖੀਸ਼ ਕਰਨਾ ਕਿਸੇ ਬੱਚੇ ਦੇ ਬਿਹੇਵੀਅਰ ਨੂੰ। ਜੇ ਮੰਨ ਲਓ ਕਿ ਕੋਈ ਬੱਚਾ ਨਹੀਂ ਪੜ੍ਹ ਰਿਹਾ ਜਾਂ ਕੋਈ ਗੱਲ ਨਹੀਂ ਸਮਝ ਰਿਹਾ ਤਾਂ ਉਹਦੇ ਪਿੱਛੇ ਕੀ ਰੀਜ਼ਨ ਆ। ਠੀਕ ਹੈ ਜੀ। ਦੂਜਾ ਪਰਸੈਪਸ਼ਨ, ਕਿਸੇ ਚੀਜ਼ ਦੀ ਇੱਕ ਬੱਚਾ ਅੰਡਰਸਟੈਂਡ ਕਿਵੇਂ ਕਰ ਰਿਹਾ ਕਿਸੇ ਚੀਜ਼ ਨੂੰ, ਉਹਨੂੰ ਧਿਆਨ ਦੇ ਵਿੱਚ ਰੱਖੂਗਾ। ਫਿਰ ਐਕਸ਼ਨ ਤੇ ਰਿਐਕਸ਼ਨ, ਇੱਕ ਬੱਚੇ ਦੀ ਕੀ ਕਿਰਿਆ ਹੈਗੀ ਆ ਤੇ ਉਹਦੇ ਬਦਲੇ ਦੇ ਵਿੱਚ ਉਹ ਕੀ ਰਿਐਕਸ਼ਨ ਦਿੰਦਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਟੀਚਰ ਇੰਟਰੈਕਟਿਵ ਸਟੇਜ ਦੇ ਵਿੱਚ ਧਿਆਨ ਦੇ ਵਿੱਚ ਰੱਖਦਾ ਤੇ ਸਾਡੇ ਕੋਲ ਆਨਸਰ ਹੈ ਜੀ ਡੀ। ਠੀਕ ਹੈ ਜੀ। ਨੈਕਸਟ ਕੁਐਸਚਨ ਆਪਣੇ ਕੋਲ, ਹੂ ਗਿਵ ਕਿੰਡਰਗਾਰਟਨ ਮੈਥਡ ਐਂਡ ਫਰੋਮ ਵੇਅਰ ਹੀ ਬਿਲੋਂਗਸ। ਮੋਸਟ ਇੰਪੋਰਟੈਂਟ ਕੁਐਸਚਨ ਆ ਇਹ, ਤੁਹਾਡੇ ਪੇਪਰ ਦੇ ਵਿੱਚ ਐਕਸਪੈਕਟਡ ਆ ਕਿ ਕੁਐਸਚਨ ਪੇਪਰ ਦੇ ਵਿੱਚ ਆਵੇ ਕਿ ਕਿਹਨੇ ਕਿੰਡਰਗਾਰਟਨ ਮੈਥਡ ਦਿੱਤਾ। ਜਿਹੜੇ ਖਾਸ ਕਰਕੇ ਪ੍ਰੀ ਪ੍ਰਾਇਮਰੀ ਲੈਵਲ ਦੇ ਉੱਪਰ 2-3 ਮੈਥਡ ਬਹੁਤ ਇੰਪੋਰਟੈਂਟ ਨੇ। ਕਿੰਡਰਗਾਰਟਨ ਮੈਥਡ, ਜਿਵੇਂ ਅਸੀਂ ਪਲੇਵੇ ਮੈਥਡ ਕਹਿ ਦਈਏ ਜਾਂ ਐਕਟੀਵਿਟੀ ਮੈਥਡ ਕਹਿ ਦਈਏ, ਤਾਂ ਕਿੰਡਰਗਾਰਟਨ ਮੈਥਡ ਕਿਹਨਾਂ ਨੇ ਦਿੱਤਾ ਹੈ, ਫਰੋਬਲ। ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ, ਜਿਨ੍ਹਾਂ ਨੇ ਜਿਹੜਾ ਕਿੰਡਰਗਾਰਟਨ ਮਤਲਬ ਕਿ ਬੱਚਿਆਂ ਦਾ ਜਿਹੜਾ ਬਗੀਚਾ, ਕਿੰਡਰਗਾਰਟਨ ਦਾ ਮਤਲਬ ਕੀ ਹੁੰਦਾ, ਬੱਚਿਆਂ ਦਾ ਬਗੀਚਾ ਵਰਗੀ ਸਟੇਟਮੈਂਟ ਦਿੱਤੀ ਸੀ। ਤਾਂ ਕਿੰਡਰਗਾਰਟਨ ਮੈਥਡ ਪਲੇਵੇ ਸਕੂਲ ਬੇਸਡ ਮੈਥਡ ਆ, ਬੱਚਾ ਖੇਡ ਕੇ ਸੁਤੰਤਰ ਰਹਿ ਕੇ ਸਿੱਖਦਾ। ਸੈਕਿੰਡ ਹੈ ਇਹਦੇ ਵਿੱਚ ਫਰੋਮ ਵੇਅਰ ਹੀ ਬਿਲੋਂਗ, ਤਾਂ ਬਿਲੋਂਗ ਕਿੱਥੋਂ ਕਰਦੇ ਸੀ, ਉਹ ਜਰਮਨੀ ਤੋਂ ਬਿਲੋਂਗ ਕਰਦੇ ਸੀ। ਤਾਂ ਇੱਥੇ ਸਾਡੇ ਕੋਲ ਆਨਸਰ ਹੈ ਜੀ ਬੀ, ਫਰੋਬਲ। ਠੀਕ ਹੈ, ਜਰਮਨੀ ਤੋਂ ਬਿਲੋਂਗ ਕਰਦੇ ਸੀ। ਕਲੀਅਰ। ਨੈਕਸਟ ਕੁਐਸਚਨ ਆਪਣੇ ਕੋਲ, we learn by doing। ਠੀਕ ਹੈ, ਅਸੀਂ ਕਰਕੇ ਸਿੱਖਦੇ ਹਾਂ, ਕੋਈ ਵੀ ਕਿਰਿਆ ਅਸੀਂ ਕਰਕੇ ਸਿੱਖਦੇ ਹਾਂ। ਕਿਹਨੇ ਕਿਹਾ, ਤਾਂ ਇਹ ਕਿਹਾ ਸੀਗਾ ਜੀ ਸਿੰਪਸਨ ਨੇ। ਠੀਕ ਹੈ ਜੀ, ਸਿੰਪਸਨ, ਬੀ ਆਪਸ਼ਨ ਆਪਣੇ ਕੋਲ ਇੱਥੇ। ਅੱਛਾ, ਕਰਕੇ ਸਿੱਖਣ ਦਾ ਕਨਸੈਪਟ ਡੈਵੀ ਦੇ ਨਾਲ ਵੀ ਜੋੜਿਆ ਜਾਂਦਾ ਕਿਉਂਕਿ ਡੈਵੀ ਨੇ ਪ੍ਰੈਗਮਾਟਿਜ਼ਮ ਦਾ ਸਿਧਾਂਤ ਦਿੱਤਾ ਸੀ, ਜੌਹਨ ਡੈਵੀ। ਠੀਕ ਹੈ, ਜੌਹਨ ਡੈਵੀ ਨੇ ਪ੍ਰੈਗਮਾਟਿਜ਼ਮ ਦਾ ਸਿਧਾਂਤ ਦਿੱਤਾ ਸੀ। ਇਸ ਕਰਕੇ ਵੀ ਲਰਨ ਬਾਈ, ਜਿਹੜਾ ਲਰਨਿੰਗ ਬਾਈ ਡੂਇੰਗ ਦੀ ਸਟੇਟਮੈਂਟ ਆ ਉਹ ਜੌਨ ਡੈਵੀ ਦੇ ਨਾਲ ਵੀ ਜੋੜੀ ਜਾਂਦੀ ਹੈ। ਬਾਈ ਚਾਂਸ ਤੁਹਾਡੇ ਤੋਂ ਇਹ ਪੁੱਛਿਆ ਜਾਵੇ ਕਿ ਲਰਨਿੰਗ ਬਾਈ ਡੂਇੰਗ ਕਿਹਦੇ ਨਾਲ ਸੰਬੰਧਿਤ ਹੈ, ਤਾਂ ਇੱਥੇ ਆਪਸ਼ਨ ਨਾ ਹੋਵੇ ਸਿੰਪਸਨ, ਕਿਉਂਕਿ ਸਿੰਪਸਨ ਨੇ ਸਟੇਟਮੈਂਟ ਦਿੱਤੀ ਹੈ ਵੀ ਲਰਨ ਬਾਈ ਡੂਇੰਗ, ਉਹਦੀ ਕੋਟੇਸ਼ਨ ਆ। ਠੀਕ ਹੈ, ਤੇ ਪਰ ਜਿਹੜੀ ਲਰਨਿੰਗ ਬਾਈ ਡੂਇੰਗ ਦੇ ਨਾਲ ਰਿਲੇਟ ਕਰਦਾ ਹੈ ਉਹ ਦੂਜਾ ਨਾਮ ਸਾਡੇ ਕੋਲ ਕੀ ਹੈਗਾ, ਜੌਨ ਡੈਵੀ। ਨੈਕਸਟ ਆਪਣੇ ਕੋਲ ਐਕਟੀਵਿਟੀ ਬੇਸਡ ਟੀਚਿੰਗ ਐਮਫਸਿਸ। ਗਤੀਵਿਧੀ ਆਧਾਰਿਤ ਅਧਿਆਪਨ ਕਿਸ ਗੱਲ ਤੇ ਜ਼ੋਰ ਦਿੰਦਾ, ਮਤਲਬ ਐਕਟੀਵਿਟੀ ਜਿਹੜੀ ਹੈਗੀ, ਐਕਟੀਵਿਟੀ ਮੈਥਡ ਜਦੋਂ ਟੀਚਰ ਅਡਾਪਟ ਕਰੂਗਾ ਤਾਂ ਉਹਦੇ ਵਿੱਚ ਸਭ ਤੋਂ ਜ਼ਿਆਦਾ ਕਿਹੜੀ ਗੱਲ ਦੇ ਉੱਪਰ ਧਿਆਨ ਦਊਗਾ ਇੱਕ ਟੀਚਰ। ਪਹਿਲਾ ਹੈਗਾ ਐਕਟਿਵ ਪਾਰਟਿਸਿਪੇਸ਼ਨ ਬਾਈ ਆਲ ਦਾ ਸਟੂਡੈਂਟਸ, ਜਿੰਨੇ ਵੀ ਬੱਚੇ ਨੇ ਕਲਾਸ ਦੇ ਵਿੱਚ ਤੇ ਤੁਸੀਂ ਜੋ ਐਕਟੀਵਿਟੀ ਕਰਾ ਰਹੇ ਹੋ ਉਹਦੇ ਚ ਉਹ ਕਿਰਿਆਸ਼ੀਲ ਭਾਗੀਦਾਰੀ ਲਵੇ ਬੱਚਾ। ਠੀਕ ਹੈ, ਬੀ ਆਪਸ਼ਨ ਆਪਣੇ ਕੋਲ ਕੰਪਲੀਸ਼ਨ ਆਫ ਐਕਟੀਵਿਟੀ ਇਨ ਸਪੈਸੀਫਾਈਡ, ਜਿਹੜੀ ਖਾਸ ਗਤੀਵਿਧੀ ਸ਼ੁਰੂ ਕੀਤੀ ਗਈ ਹੈਗੀ ਆ ਉਹਨੂੰ ਖਾਸ ਤਰੀਕੇ ਦੇ ਨਾਲ ਕੰਪਲੀਟ ਕਰੇ।
ਜਾਂ ਖੇਡ ਦੇ ਆਧਾਰਿਤ ਖੇਡ ਦੇ ਉੱਪਰ ਟੀਚਰ ਜ਼ੋਰ ਦੇਵੇ ਜਾਂ ਅਨੁਸ਼ਾਸਨਬੰਧ ਕਲਾਸਾਂ ਦੇ ਉੱਪਰ ਧਿਆਨ ਦੇਵੇ। ਤੇ ਐਕਟੀਵਿਟੀ ਜਿਹੜਾ ਮੈਥਡ ਹੈਗਾ ਉਹ ਚਾਈਲਡ ਸੈਂਟਰ ਮੈਥਡ ਆ ਤੇ ਐਕਟਿਵ ਪਾਰਟਿਸਿਪੇਸ਼ਨ ਦੇ ਉੱਪਰ ਆਧਾਰਿਤ ਆ। ਇਸ ਕਰਕੇ ਜਿਹੜਾ ਇਹਦੇ ਵਿੱਚ ਸਾਡੇ ਕੋਲ ਟੀਚਰ ਨੂੰ ਧਿਆਨ ਰੱਖਣ ਯੋਗ ਗੱਲ ਉਹ ਇਹ ਆ ਕਿ ਐਕਟਿਵ ਪਾਰਟਿਸਿਪੇਸ਼ਨ ਬਾਈ ਆਲ ਦਾ ਸਟੂਡੈਂਟਸ, ਇਹ ਕਿ ਸਾਰੇ ਬੱਚੇ ਕਿਰਿਆਸ਼ੀਲ ਭਾਗੀਦਾਰ ਹੋਣ ਜਦੋਂ ਵੀ ਐਕਟੀਵਿਟੀ ਮੈਥਡ ਨੂੰ ਟੀਚਰ ਐਗਜ਼ੀਕਿਊਟ ਕਰ ਰਿਹਾ ਹੈਗਾ, ਜਦੋਂ ਵੀ ਬੱਚੇ ਨੂੰ ਐਕਟੀਵਿਟੀ ਪ੍ਰੋਵਾਈਡ ਕਰ ਰਿਹਾ। ਇੱਥੇ ਵੀ ਧਿਆਨ ਦੇ ਵਿੱਚ ਰੱਖੋ ਕਿ ਜਿਹੜੀ ਐਕਟੀਵਿਟੀ ਹੈਗੀ ਆ ਉਹ 15 ਤੋਂ 30 ਮਿੰਟ ਦੇ ਹੋਣੀ ਚਾਹੀਦੀ ਹੈ ਤੇ ਇੱਕ ਜਿਹੜੀ ਅਸੀਂ ਆਈਡਲ ਐਕਟੀਵਿਟੀ ਮੰਨਦੇ ਆ ਉਹ ਅਪਰੋਕਸ 20 ਮਿੰਟ ਦੀ ਮੰਨੀ ਜਾਂਦੀ ਹੈ। ਠੀਕ ਹੈ ਜੀ, ਬੱਚੇ ਦੇ ਲਈ। ਨੈਕਸਟ ਆਪਣੇ ਕੋਲ ਇਨ ਅ ਕਲਾਸਰੂਮ ਟੀਚਰ ਇਜ਼ ਯੂਜ਼ਿੰਗ student center approach for teaching the method। Okay, in the classroom teacher is using student center approach for teaching। ठीक है, जमात दे विच एक बच्चा बाल केंद्रित विधि अपनाउंदा तां केड़ी विधि ढुकवीं नहीं आ। मतलब इत्थे आ जेहड़ियां 3 विधियां ਉਹ ਚਾਈਲਡ ਸੈਂਟਰਡ है ਤੇ ਇੱਕ ਵਿਧੀ ਆ ਜਿਹੜੀ ਉਹ ਟੀਚਰ ਸੈਂਟਰਡ ਆ। ਤਾਂ ਤੁਸੀਂ ਇੱਕ ਉਹ ਵਿਧੀ ਇਹਦੇ ਵਿੱਚੋਂ ਫਾਈਂਡ ਕਰਨੀ ਆ ਜਿਹੜੀ ਕਿ ਬਾਲ ਕੇਂਦਰਿਤ ਵਿਧੀ ਨਹੀਂ ਆ। ਗਰੁੱਪ ਡਿਸਕਸ਼ਨ ਕੀ ਹੁੰਦਾ, ਸਾਰੇ ਬੱਚੇ ਇਕੱਠੇ ਹੁੰਦੇ ਨੇ ਹਨਾ, ਗੱਲਾਂ ਬਾਤਾਂ ਕਰਦੇ ਆ, ਇੱਕ ਦੂਜੇ ਤੋਂ ਸਿੱਖਦੇ ਆ, ਤਾਂ ਗਰੁੱਪ ਡਿਸਕਸ਼ਨ ਕੀ ਹੈ, ਚਾਈਲਡ ਸੈਂਟਰਡ। ਪ੍ਰੋਜੈਕਟ ਮੈਥਡ ਕੀ ਸੀ, ਪ੍ਰੋਜੈਕਟ ਮੈਥਡ ਰਿਲੇਟਡ ਟੂ ਲਾਈਫ ਆ। ਟੀਚਰ ਨੇ ਇੱਕ ਪ੍ਰੋਜੈਕਟ ਦਿੱਤਾ, ਬੱਚੇ ਉਹਨੂੰ ਰਲ ਮਿਲ ਕੇ ਕਰਦੇ ਨੇ ਹਨਾ, ਤੇ ਵੀ ਕੀ ਆ ਬੱਚਾ ਅਲਾਓ ਆਪ ਐਕਟਿਵ ਆ ਪ੍ਰੋਜੈਕਟ ਮੈਥਡ ਦੇ ਵਿੱਚ, ਇਸ ਕਰਕੇ ਵੀ ਕੀ ਆ ਚਾਈਲਡ ਸੈਂਟਰਡ ਮੈਥਡ। ਡੀ ਆਪਸ਼ਨ ਆਪਣੇ ਕੋਲ ਪਲੇ ਮੈਥਡ, ਬਿਲਕੁਲ ਜਿਹੜਾ ਪਲੇ ਮੈਥਡ ਹੈਗਾ ਉਹਦੇ ਚ ਵੀ ਬੱਚਾ ਕੀ ਆ ਐਕਟਿਵ ਆ, ਖੁਦ ਖੇਡ ਕੇ ਸਿੱਖ ਰਿਹਾ। ਹੁਣ ਇੱਥੇ ਇੱਕ ਮੈਥਡ ਰਹਿ ਗਿਆ ਡੈਮੋਸਟ੍ਰੇਸ਼ਨ ਮੈਥਡ। ਡੈਮੋਸਟ੍ਰੇਸ਼ਨ ਮੈਥਡ ਟੀਚਰ ਸੈਂਟਰਡ ਮੈਥਡ ਆ ਕਿਉਂਕਿ ਟੀਚਰ ਡੈਮੋ ਕਰ ਦਊਗਾ, ਬੱਚਾ ਤਾਂ ਬੈਠਾ ਦੇਖ ਰਿਹਾ ਹਨਾ, ਆਪ ਤਾਂ ਡੈਮੋ ਨਹੀਂ ਨਾ ਕਰ ਰਿਹਾ, ਤਾਂ ਟੀਚਰ ਇੱਥੇ ਐਕਟਿਵ ਆ, ਟੀਚਰ ਡੈਮੋਸਟ੍ਰੇਟ ਕਰਕੇ ਦੇ ਰਿਹਾ। ਤਾਂ ਇਸ ਕਰਕੇ ਜਿਹੜਾ ਸਟੂਡੈਂਟ ਸੈਂਟਰ ਮੈਥਡ ਨਹੀਂ ਆ ਡੈਮੋਸਟ੍ਰੇਸ਼ਨ ਮੈਥਡ, ਟੀਚਰ ਸੈਂਟਰ ਆ। ਬਾਕੀ ਤਿੰਨੋਂ ਮੈਥਡ ਨੇ ਜਿਹੜੇ ਉਹ 7th क्वेश्चन ਆਪਣੇ ਕੋਲ while teaching in lower classes a teacher should prefer। ਜਦੋਂ ਇੱਕ ਛੋਟੀਆਂ ਜਮਾਤਾਂ ਦੇ ਵਿੱਚ ਟੀਚਰ ਪੜ੍ਹਾ ਰਿਹਾ ਹੁੰਦਾ, while teaching in lower classes a teacher should prefer, ਜਦੋਂ ਛੋਟੀ ਕਲਾਸ ਦੇ ਵਿੱਚ ਪੜਾਉਂਦਾ ਟੀਚਰ ਤਾਂ ਉਹਨੂੰ ਕੀ ਪ੍ਰੈਫਰ ਕਰਨਾ ਚਾਹੀਦਾ। ਅਗੇਨ ਕਈ ਵਾਰ ਨਾ ਟਾਈਪ ਕਰੀਦਾ ਤਾਂ ਉਹ ਪੰਜਾਬੀ ਤੇ ਇੰਗਲਿਸ਼ ਦੀਆਂ ਦੇ ਵਿੱਚ ਗਲਤੀ ਹੋ ਜਾਂਦੀ ਹੈ, ਇੱਥੇ ਵੀ ਹੋਈ ਆ। ਦੇਖੋ ਇੰਗਲਿਸ਼ ਦੇ ਵਿੱਚ ਸਟੇਟਮੈਂਟ ਆ while teaching in lower classes a teacher should prefer, ਜਦੋਂ ਛੋਟੀਆਂ ਕਲਾਸਾਂ ਨੂੰ ਪੜਾਉਂਦਾ ਤਾਂ ਉਹ ਕਿਹੜੇ ਮਤਲਬ ਕਿਹੜੀ ਟੀਚਿੰਗ ਨੂੰ, ਕਿਹੜੇ ਮੈਥਡਸ ਨੂੰ ਆ ਜਿਹੜਾ ਉਹ ਪ੍ਰੈਫਰ ਕਰੂਗਾ। ਤੇ ਪੰਜਾਬੀ ਦੇ ਵਿੱਚ ਸਟੇਟਮੈਂਟ ਆ ਕਿਹੜੀ ਵਿਧੀ ਛੋਟੀਆਂ ਜਮਾਤਾਂ ਲਈ ਢੁਕਵੀਂ ਨਹੀਂ। ਅਸਲ ਦੇ ਵਿੱਚ ਇਹਦੇ ਮੂਹਰੇ ਪਿੱਛੇ ਨਹੀਂ ਸੀ ਪਾਉਣਾ, ਠੀਕ ਹੈ ਜੀ, ਇਹ ਕਿਆ ਪੁੱਛਣਾ ਸੀਗਾ ਕਿ ਕਿਹੜੀ ਵਿਧੀ ਛੋਟੀਆਂ ਕਲਾਸਾਂ ਲਈ ਢੁਕਵੀਂ ਹੈ। ਠੀਕ ਹੈ, ਤਾਂ ਇੱਥੇ ਸਾਡੇ ਕੋਲ ਹੈਗਾ ਇਹ ਆਪਸ਼ਨ ਲੈਕਚਰ ਮੈਥਡ। ਲੈਕਚਰ ਮੈਥਡ ਆ ਜਿਹੜਾ ਉਹ ਟੀਚਿੰਗ ਮੈਥਡ, ਟੀਚਰ ਸੈਂਟਰਡ ਮੈਥਡ ਆ। ਤਾਂ ਉਹ ਛੋਟੀਆਂ ਕਲਾਸਾਂ ਦੇ ਉੱਤੇ ਜੇ ਟੀਚਰ ਲੈਕਚਰ ਦੇ ਕੇ ਉੱਠ ਵੀ ਗਿਆ ਤਾਂ ਬੱਚਾ ਸਮਝ ਨਹੀਂ ਪਾਊਗਾ, ਇਸ ਕਰਕੇ ਮੈਥਡ ਢੁਕਵਾਨੀ ਆ। ਅਸਾਈਨਮੈਂਟਸ ਤੇ ਬੱਚਾ ਹਜੇ ਪ੍ਰੋਪਰ ਕਾਬਲ ਨਹੀਂ ਹੈਗਾ। ਠੀਕ ਹੈ, ਗਰੁੱਪ ਡਿਸਕਸ਼ਨ ਬੱਚਿਆਂ ਦੇ ਵਿੱਚ ਹੋ ਸਕਦੀ ਆ ਪਰ ਫਿਰ ਵੀ ਉਸ ਲੈਵਲ ਤੱਕ ਜਿਹੜਾ ਹੈਗਾ ਸੀ ਇਹਨੂੰ ਪ੍ਰੈਫਰ ਨਹੀਂ ਮੰਨਦੇ ਐਟ ਲੋਅਰ ਕਲਾਸਿਸ। ਤਾਂ ਸਭ ਤੋਂ ਜ਼ਿਆਦਾ ਜਿਹੜਾ ਵਰਤਿਆ ਜਾਣ ਵਾਲਾ ਮੈਥਡ ਹੈਗਾ ਸਟੋਰੀ ਟੈਲਿੰਗ ਮੈਥਡ। ਛੋਟੀਆਂ ਕਲਾਸਿਸ ਦੇ ਵਿੱਚ ਟੀਚਰ ਭਾਸ਼ਾ ਨੂੰ ਸਿਖਾਉਣ ਦੇ ਲਈ ਛੋਟੀਆਂ ਕਹਾਣੀਆਂ ਬੱਚੇ ਨੂੰ ਸੁਣਾਉਂਦਾ। ਠੀਕ ਹੈ, ਜਾਂ ਬਾਕੀ ਵੀ ਕੋਈ ਚੀਜ਼ ਪੜ੍ਹਾਉਣੀ ਆ ਤਾਂ ਉਹ ਕਹਾਣੀ ਨੂੰ ਸੁਣਾ ਕੇ ਟੀਚ ਕਰੂਗਾ, ਤਾਂ ਇਹ ਹੈ ਸਟੋਰੀ ਟੈਲਿੰਗ ਮੈਥਡ। ਤੇ ਲੋਅਰ ਕਲਾਸਿਸ ਦੇ ਵਿੱਚ ਇਹਨੂੰ ਟੀਚਰ ਫੋਲੋ ਕਰਦੇ ਨੇ। ਨੈਕਸਟ ਹੈਗਾ ਆਪਣੇ ਕੋਲ ਵਿਚ ਆਫ ਫੋਲੋਇੰਗ ਅਪਰੋਚ ਨੋਟ ਆਫ ਟੀਚਿੰਗ ਮੈਥਡੋਲੋਜੀ ਅਕੋਰਡਿੰਗ ਟੂ NCERT। NCERT ਨੇ ਕਈ ਆਪਾਂ ਨੂੰ ਅਪਰੋਚਸ ਦਿੱਤੀਆਂ ਹੋਈਆਂ, ਜਦੋਂ ਵੀ ਅਸੀਂ ਅਧਿਆਪਨ ਸ਼ੈਲੀ ਅਡਾਪਟ ਕਰਨੀ ਆ ਤਾਂ ਅਸੀਂ ਉਹਨਾਂ ਅਪਰੋਚਸ ਨੂੰ ਧਿਆਨ ਦੇ ਵਿੱਚ ਰੱਖਣਾ ਅਕੋਰਡਿੰਗ ਟੂ NCERT। ਤਾਂ ਇਹਨਾਂ ਦੇ ਵਿੱਚੋਂ 3 ਜਿਹੜੀਆਂ ਨੇ ਉਹ ਅਪਰੋਚਸ ਨੇ ਜਿਹੜੀਆਂ NCERT ਨੇ ਮੈਂਸ਼ਨ ਕੀਤੀਆਂ ਹੋਈਆਂ, ਤਾਂ ਉਹਨਾਂ ਦੇ ਵਿੱਚੋਂ ਕਿਹੜੀ ਇੱਕ ਇਸ ਤਰੀਕੇ ਦੀ ਐਕਟੀਵਿਟੀ ਆ, ਅਪਰੋਚ ਆ ਜਿਹੜੀ ਕਿ NCERT ਇਹ ਮੰਨਦੀ ਆ ਕਿ ਅਧਿਆਪਨ ਸ਼ੈਲੀ ਦੇ ਸਮੇਂ ਅਡਾਪਟ ਨਾ ਕੀਤੀ ਜਾਵੇ। ਤਾਂ ਪਹਿਲਾਂ ਤਾਂ ਦੇਖੋ ਜਦੋਂ ਵੀ ਟੀਚਰ ਨੇ ਟੀਚਿੰਗ ਮੈਥਡੋਲੋਜੀ ਅਡਾਪਟ ਕਰਨੀ ਹੈ ਤਾਂ ਉਹਨੇ ਧਿਆਨ ਦੇ ਵਿੱਚ ਕੀ ਰੱਖਣਾ, ਥੀਮ ਤੇ ਪਲੇ ਬੇਸਡ। ਠੀਕ ਹੈ, ਕਿਉਂਕਿ ਛੋਟਾ ਬੱਚਾ ਤਾਂ ਉਹਦੀ ਜਿਹੜੀ ਮੈਥਡੋਲੋਜੀ ਤੁਸੀਂ ਅਡਾਪਟ ਕਰੋਗੇ ਉਹ ਉਹਦੇ ਥੀਮ ਤੇ ਆਧਾਰਿਤ ਹੋਣੀ ਚਾਹੀਦੀ ਆ ਜਾਂ ਫਿਰ ਪਲੇ ਤੇ ਆਧਾਰਿਤ ਹੋਣੀ ਚਾਹੀਦੀ ਹੈ। ਠੀਕ ਹੈ, ਐਕਟੀਵਿਟੀ ਬੇਸਡ ਹੋਣੀ ਚਾਹੀਦੀ ਹੈ ਜ਼ਰੂਰ, ਕਿਉਂਕਿ ਇੱਕ ਬੱਚਾ ਜਿਹੜਾ ਹੈਗਾ ਉਹ ਖੇਡ ਕੇ ਤੇ ਐਕਟੀਵਿਟੀ ਕਰਕੇ ਸਿੱਖਦਾ, ਇਹ ਵੀ ਸਹੀ ਆ। ਠੀਕ ਹੈ, ਐਮਰਜੈਂਟ ਕਰਿਕੂਲਮ, ਜੋ ਕਰਿਕੂਲਮ ਬੱਚੇ ਦੇ ਲਈ ਬਣਾਇਆ ਜਾਊਗਾ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਟੀਚਰ ਆਪਦੀ ਮੈਥਡੋਲੋਜੀ ਅਡਾਪਟ ਕਰੂਗਾ, ਇਹ ਵੀ ਸਹੀ ਸਟੇਟਮੈਂਟ ਆ। ਤਾਂ ਇਹਦੇ ਵਿੱਚੋਂ ਜਿਹੜੀ ਫੋਲੋ ਨਹੀਂ ਕਰਨੀ ਚਾਹੀਦੀ ਉਹ ਹੈਗੀ ਆ ਮਾਤਰਾ ਆਧਾਰਿਤ। ਟੀਚਰ ਨੇ ਇਹ ਨਹੀਂ ਦੇਖਣਾ ਕਿੰਨੀ ਮਾਤਰਾ, ਕੀ ਮਾਤਰਾ। ਠੀਕ ਹੈ, ਤਾਂ ਸਾਡਾ ਇਹ ਚੋਂ ਡੀ ਆਪਸ਼ਨ ਆ ਜਿਹੜਾ ਕਿ ਅਕੋਰਡਿੰਗ ਟੂ NCERT ਅਪਰੋਚ ਨਹੀਂ ਹੈਗੀ ਜਦੋਂ ਵੀ ਅਸੀਂ ਟੀਚਿੰਗ ਮੈਥਡੋਲੋਜੀ ਅਡਾਪਟ ਕਰਨੀ ਆ। 9ਵਾਂ ਕੁਐਸਚਨ ਆਪਣੇ ਕੋਲ ਪ੍ਰੋਜੈਕਟ ਵਿਧੀ ਕਿਹਨੇ ਦਿੱਤੀ ਆ।
ठीक है, ये बहुत ਕਨਫਿਊਜ਼ਨ ਵਾਲਾ ਕੁਐਸਚਨ ਹੋ ਰਿਹਾ ਬੱਚਿਆਂ ਦੇ ਲਈ, ਕਿਉਂਕਿ ਦੋ ਨਾਮ ਜਦੋਂ ਪ੍ਰੋਜੈਕਟ ਵਿਧੀ ਦਾ ਨਾਮ ਆਉਂਦਾ ਤਾਂ ਦੋ ਨਾਮ ਸਾਹਮਣੇ ਆਉਂਦੇ ਆ। ਇੱਕ ਹੈਗਾ ਜੌਨ ਡੈਵੀ, ਜੋ ਤੁਸੀਂ ਸਰਚ ਕਰਦੇ ਹੋ ਤਾਂ ਕਾਫੀ ਹੱਦ ਤੱਕ ਇਹ ਲਿਖਿਆ ਮਿਲਦਾ ਕਿ ਹੂ ਇਜ਼ ਦਾ ਫਾਦਰ ਆਫ ਪ੍ਰੋਜੈਕਟ ਮੈਥਡ ਜੌਨ ਡੈਵੀ, ਹਨਾ। ਉਹਦੇ ਪਿੱਛੇ ਇੱਕ ਰੀਜ਼ਨ ਆ, ਦੇਖੋ ਵੈਸੇ ਤਾਂ ਜਿਹੜਾ ਪ੍ਰੋਜੈਕਟ ਮੈਥਡ ਆ ਉਹ ਕਿਲਪੈਟਰਿਕ ਨੇ ਹੀ ਦਿੱਤਾ। ਕਿਉਂ? ਕਿਉਂਕਿ ਕਿਲਪੈਟਰਿਕ ਨੇ ਇੱਕ ਬੁੱਕ ਲਿਖੀ ਸੀ ਦਾ ਪ੍ਰੋਜੈਕਟ ਮੈਥਡ, ਠੀਕ ਹੈ, ਉਹਦੇ ਚੋਂ ਹੀ ਅਸੀਂ ਇਹ ਨਾਮ ਚੱਕਿਆ। ਅਸਲ ਦੇ ਵਿੱਚ ਕੀ ਸੀ, ਜਿਹੜਾ ਕਿਲਪੈਟਰਿਕ ਸੀ, ਜੌਨ ਡੈਵੀ ਸੀ, ਤੇ ਇੱਕ ਨਾਮ ਹੋਰ ਸੀ, ਉਹ ਸਕਿਪ ਹੋ ਗਿਆ ਮਾਈਂਡ ਦੇ ਵਿੱਚੋਂ। ਤਾਂ ਇਹ ਤਿੰਨੋਂ ਪਰਸਨ ਕੁਲੀਗ ਸੀਗੇ, ਤੇ ਡੈਵੀ ਦਾ ਕਿਲਪੈਟਰਿਕ ਸਟੂਡੈਂਟ ਵੀ, ਮਤਲਬ ਇੱਕ ਸ਼ਿਸ਼ ਵੀ ਸੀ, ਫੋਲੋ ਕਰਦਾ ਸੀ ਜੌਨ ਡੈਵੀ ਨੂੰ। ਜੌਨ ਡੈਵੀ ਨੇ ਜਿਹੜਾ ਸਿਧਾਂਤ ਦਿੱਤਾ ਉਹ ਕੀ ਸੀ? ਪ੍ਰੈਗਮਾਟਿਜ਼ਮ, ਲਰਨਿੰਗ ਬਾਏ ਡੂਇੰਗ, ਹਨਾ, ਲਰਨਿੰਗ ਬਾਏ ਡੂਇੰਗ, ਕਰਕੇ ਸਿੱਖਣ ਤੇ ਆਧਾਰਿਤ ਸੀ। ਹੁਣ ਕਰਕੇ ਸਿੱਖਣ ਦੀ ਜਿਹੜੀ ਚੀਜ਼ ਸੀਗੀ ਉਹੀ ਇੱਕ ਤਰੀਕੇ ਨਾਲ ਪ੍ਰੋਜੈਕਟ ਮੈਥਡ ਆ ਕਿ ਐਕਟੀਵਿਟੀ ਕਰੋ, ਠੀਕ ਹੈ, ਲਰਨ ਕਰੋ, ਆਪ ਐਕਟੀਵਿਟੀ ਕਰੋ ਤੇ ਉਹਦੇ ਵਿੱਚੋਂ ਸਿੱਖੋ। ਅਸਲ ਦੇ ਵਿੱਚ ਉਹ ਪ੍ਰੋਜੈਕਟ ਮੈਥਡ ਦਾ ਆਧਾਰ ਕਿਹਨੇ ਕ੍ਰੀਏਟ ਕੀਤਾ ਸੀ? ਜੌਨ ਡੈਵੀ ਨੇ। ਪਰ ਇਸ ਮੈਥਡ ਨੂੰ ਐਕਚੁਅਲ ਦੇ ਵਿੱਚ ਜਿਹੜੇ ਬੰਦੇ ਦੇ ਨਾਲ ਜੋੜਿਆ ਜਾਂਦਾ ਉਹ ਕੌਣ ਹੈਗਾ? ਕਿਲਪੈਟਰਿਕ, ਠੀਕ ਹੈ ਜੀ। ਨੈਕਸਟ ਆਪਣੇ ਕੋਲ observation method related to which school of psychology, ਸਾਈਕੋਲੋਜੀ ਦੇ ਮਨੋਵਿਗਿਆਨ ਦੇ ਕਿਹੜੇ ਸਕੂਲ ਦੇ ਨਾਲ ਡੀਲ ਕਰਦਾ ਆਬਜ਼ਰਵੇਸ਼ਨ ਮੈਥਡ? ਆਬਜ਼ਰਵੇਸ਼ਨ ਮੈਥਡ ਕਿਹੜਾ ਹੈਗਾ? ਅਵਲੋਕਨ ਵਿਧੀ, ਠੀਕ ਹੈ, ਜਿਸ ਚ ਦੇਖਿਆ ਜਾਂਦਾ ਕਿਸੇ ਦੇ ਬਿਹੇਵੀਅਰ ਨੂੰ। ਤਾਂ ਠੀਕ ਹੈ, ਜਿਹੜਾ ਡੀਲ ਕਰਦਾ ਕਿਹੜੇ ਸਕੂਲ ਦੇ ਨਾਲ ਡੀਲ ਕਰਦੀ ਆ ਆਬਜ਼ਰਵੇਸ਼ਨ ਮੈਥਡ? ਪਹਿਲੀ ਆਪਸ਼ਨ ਆਪਣੇ ਕੋਲ ਸਰਚਨਾਵਾਦ। ਸਰਚਨਾਵਾਦ ਕਿਹੜਾ ਸਕੂਲ ਆ? ਜਿਵੇਂ ਕਿ ਵਿਲੀਅਮ ਵੁੰਡ ਹੋ ਗਏ ਜਾਂ ਥੈਚਨਰ ਹੋ ਗਏ, ਠੀਕ ਹੈ। ਵਿਲੀਅਮ ਵੁੰਡ ਕੌਣ ਆ? ਫਾਦਰ ਆਫ ਸਾਈਕੋਲੋਜੀ। ਵਿਲੀਅਮ ਵੁੰਡ ਫਾਦਰ ਆਫ ਸਾਈਕੋਲੋਜੀ, ਉਹ ਇਸੇ ਸਕੂਲ ਦੇ ਨਾਲ ਡੀਲ ਕਰਦਾ ਹੈ। ਕੀ ਮੰਨਦੇ ਆ ਕਿ ਜਿਹੜਾ ਸਾਡਾ ਹੈਗਾ ਬਿਹੇਵੀਅਰ, ਜਾਂ ਅਸੀਂ ਆਖੀਏ ਜਿਹੜੇ ਸਾਡਾ ਮਨ ਹੈਗਾ, ਉਹ ਇੱਕ ਸਟਰਕਚਰ ਆ, ਤੇ ਅਸੀਂ ਸਟਰਕਚਰ ਦੇ ਉੱਪਰ ਮਨ ਦੇ ਵਿੱਚ ਕੀ ਚੱਲ ਰਿਹਾ ਹੈਗਾ ਜਾਂ ਸਾਡੇ ਬਿਹੇਵੀਅਰ ਦੇ ਵਿੱਚ ਕੀ ਚੱਲ ਰਿਹਾ, ਉਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦਾ ਸਰਚਨਾ ਦੇ ਉੱਪਰ ਆਧਾਰਿਤ ਇਹ ਸਕੂਲ ਆ, ਠੀਕ ਹੈ ਜੀ। ਫੰਕਸ਼ਨਲਿਜ਼ਮ ਆ ਜਿਹੜਾ, ਇਹ ਕਿਹਦੇ ਨਾਲ ਸੰਬੰਧਿਤ ਰੱਖਦਾ? ਕਿ ਕਹਿੰਦੇ ਸਾਡਾ ਵਿਵਹਾਰ, ਫੰਕਸ਼ਨ ਅਸੀਂ ਕਿਹੜੀ ਚੀਜ਼ ਨੂੰ ਕਰਦੇ, ਕਿਹੜੀ ਚੀਜ਼ ਦੇ ਲਈ ਕਰਦੇ ਆ, এনवायरमेंट ਦੇ ਨਾਲ ਐਡਜਸਟਮੈਂਟ ਕਰਨ ਦੇ ਲਈ ਜਾਂ ਇਹਨਾਂ ਚੀਜ਼ਾਂ ਦੇ ਲਈ। ਤਾਂ ਜਿਹੜੇ ਕਾਰਜਵਾਦ ਫੰਕਸ਼ਨ ਦੇ ਵਿੱਚ ਬਿਲੀਵ ਕਰਦਾ ਸਕੂਲ ਆ ਸਾਈਕੋਲੋਜੀ ਦਾ, ਉਹ ਕਿਹੜਾ? ਫੰਕਸ਼ਨਲਿਜ਼ਮ, ਜਿਹਦੇ ਵਿੱਚ ਵਿਲੀਅਮ ਜੇਮਸ ਦਾ ਨਾਮ ਆਉਂਦਾ, ਠੀਕ ਹੈ। ਹਿਊਮਨਿਜ਼ਮ ਆ ਜਿਹੜਾ, ਮਾਨਵਵਾਦ ਆ ਜੀ, ਜਿਹੜਾ ਕਿ ਮਨੁੱਖ ਨੂੰ ਸਭ ਤੋਂ ਉੱਪਰ ਰੱਖਦਾ, ਮਨੁੱਖ ਦੇ ਵਿਵਹਾਰ ਨੂੰ ਸਭ ਤੋਂ ਉੱਪਰ ਰੱਖਦਾ, ਉਹ ਮਾਨਵਵਾਦ ਸਕੂਲ ਆ, ਠੀਕ ਹੈ ਜੀ। ਤੇ ਮਾਨਵਵਾਦ ਦੇ ਵਿੱਚ ਜਿਹੜਾ ਨਾਮ ਸਾਹਮਣੇ ਆਉਂਦਾ ਉਹ ਹੈਗਾ ਆਪਣੇ ਕੋਲ ਰੋਜ਼ਰ ਬੇਕਨ ਤੇ ਬੇਕਰ ਤੇ ਮੈਸਲੋ, ਠੀਕ ਹੈ। ਪਰ ਸਾਡੇ ਕੋਲ ਇਸੇ ਸਟੇਟਮੈਂਟ ਆ ਆਬਜ਼ਰਵੇਸ਼ਨ ਮੈਥਡ ਰਿਲੇਟਡ ਟੂ ਵਿਚ ਸਕੂਲ ਆਫ ਸਾਈਕੋਲੋਜੀ। ਮੈਂ ਜਦੋਂ ਦਾ ਤੁਹਾਨੂੰ ਬਿਹੇਵੀਅਰਿਜ਼ਮ ਕਰਾ ਰਹੀ ਆ ਉਦੋਂ ਤਾਂ ਮੈਂ ਬਾਰ-ਬਾਰ ਕਹਿ ਰਹੀ ਆ, ਸਕਿਨਰ, ਥੋਰਨਡਾਈਕ, ਜਿਹੜੇ ਪੈਵਲਵ, ਇਹ ਸਾਰੇ ਕਿਹਦੇ ਉੱਪਰ ਜ਼ੋਰ ਦਿੰਦੇ ਨੇ? ਬਿਹੇਵੀਅਰ ਦੇ ਉੱਪਰ। ਤੇ ਬਿਹੇਵੀਅਰ ਵੀ ਕਿਹੜਾ ਬਿਹੇਵੀਅਰ? ਜਿਹੜਾ ਤੁਸੀਂ ਆਬਜ਼ਰਵ ਕਰ ਸਕਦੇ ਆ, ਦੇਖ ਸਕਦੇ ਆ, ਮਾਪ ਸਕਦੇ ਆ। ਤਾਂ ਇਹਦਾ ਮਤਲਬ ਆਬਜ਼ਰਵੇਸ਼ਨ ਮੈਥਡ ਡਾਇਰੈਕਟਲੀ ਕਿਹਦੇ ਨਾਲ ਡੀਲ ਕਰਦਾ ਹੈਗਾ? ਬਿਹੇਵੀਅਰਿਜ਼ਮ ਦੇ ਨਾਲ। ਸਾਡੇ ਕੋਲ ਆਪਸ਼ਨ ਕੀ ਹੈਗੀ ਆ? ਡੀ, ਠੀਕ ਹੈ ਜੀ। ਨੈਕਸਟ ਕੁਐਸਚਨ ਆ, ਇਨ ਵਿਚ ਮੈਥਡ ਚਿਲਡਰਨ ਟੀਚ ਵਨ ਅਨਦਰ, ਜਿਸ ਚ ਬੱਚੇ ਇੱਕ ਦੂਜੇ ਨੂੰ ਸਿਖਾਉਂਦੇ ਆ, ਉਹ ਕਿਹੜਾ ਮੈਥਡ ਹੁੰਦਾ? ਤਾਂ ਉਹ ਮੈਥਡ ਹੁੰਦਾ ਜੀ ਸਾਡੇ ਕੋਲ ਪੀਅਰ ਟਿਊਟਰਿੰਗ। ਆਪਸ਼ਨ ਆ ਸਾਡੇ ਕੋਲ ਸੀ। ਡੈਮੋਸਟ੍ਰੇਸ਼ਨ ਮੈਥਡ ਕੌਣ ਫੋਲੋ ਕਰਦਾ? ਟੀਚਰ ਫੋਲੋ ਕਰਦਾ, ਤੇ ਉਹ ਆਪ ਡੈਮੋ ਕਰਕੇ ਦਿਖਾਉਂਦਾ ਬੱਚਿਆਂ ਨੂੰ। ਇੰਡਕਟਿਵ ਮੈਥਡ ਕੀ ਆ? ਭਾਸ਼ਾ ਸਿਖਾਉਣ ਦੇ ਲਈ ਵਰਤਿਆ ਜਾਂਦਾ, ਜਿਹਦੇ ਚ ਪਹਿਲਾਂ ਉਦਾਹਰਨ ਦਿੱਤੀ ਜਾਊਗੀ, ਫਿਰ ਸਿਧਾਂਤ ਦੱਸਿਆ ਜਾਊਗਾ, ਠੀਕ ਹੈ। ਕਲੀਅਰ ਜੀ। ਇੱਥੇ ਅਗਲਾ ਕੁਐਸਚਨ ਆਪਣੇ ਕੋਲ, ਇਹਨਾਂ ਵਿੱਚੋਂ ਕਿਹੜਾ ਪ੍ਰੀ ਪ੍ਰਾਇਮਰੀ ਪੱਧਰ ਤੇ ਗਤੀਵਿਧੀ ਸ਼ੈਲੀ ਲਈ ਗਲਤ ਆ? ਠੀਕ ਹੈ, ਕਿਹੜੀ ਗਲਤ ਸਟੇਟਮੈਂਟ ਆ ਜਦੋਂ ਅਸੀਂ ਐਕਟੀਵਿਟੀ ਮੈਥਡ ਨੂੰ ਅਡਾਪਟ ਕਰਨਾ? ਅੱਛਾ, ਇਹਦੀ ਇੰਗਲਿਸ਼ ਦੀ ਸਟੇਟਮੈਂਟ ਮਿਸ ਹੋ ਗਈ ਆ ਵਿੱਚੋਂ। ਇਹ ਆਪਸ਼ਨ ਆਪਣੇ ਕੋਲ ਟਾਈਮ ਆਫ ਐਕਟੀਵਿਟੀ ਸ਼ੁੱਡ ਬੀ 20 ਮਿੰਟ, ਠੀਕ ਹੈ, ਬਿਲਕੁਲ ਸਹੀ ਆ। ਕਿਉਂਕਿ ਐਵਰੇਜ ਟਾਈਮ ਆ ਜਿਹੜਾ, ਵੈਸੇ ਦੇਖੋ 15 ਤੋਂ 20 ਮਿੰਟ ਦੇ ਵਿਚਕਾਰ ਕੋਈ ਵੀ ਐਕਟੀਵਿਟੀ ਹੋ ਸਕਦੀ ਹੈ ਐਟ ਅ ਪ੍ਰੀ ਪ੍ਰਾਇਮਰੀ ਸਟੇਜ, ਪਰ ਐਵਰੇਜ ਅਸੀਂ ਮੰਨ ਕੇ ਚੱਲਦੇ ਹਾਂ ਕਿ 20 ਮਿੰਟ ਦੀ ਐਕਟੀਵਿਟੀ ਆ ਜਿਹੜੀ ਇੱਕ ਬੱਚੇ ਦੇ ਲਈ ਸਫੀਸ਼ੀਐਂਟ ਮੰਨੀ ਜਾਂਦੀ ਆ। ਫਿਰ ਹੈਗੀ ਆ ਕੁਆਇਟ ਐਂਡ ਐਕਟਿਵ ਐਕਟੀਵਿਟੀਜ਼ ਆਰ ਪਾਰਟ ਆਫ ਐਕਟੀਵਿਟੀ ਮੈਥਡ। ਬਿਲਕੁਲ, ਦੋਨੇ ਹੀ ਕਿਰਿਆਸ਼ੀਲ ਵੀ ਤੇ ਸ਼ਾਂਤ ਵੀ। ਮਤਲਬ ਐਕਟਿਵ ਕੀ ਆ? ਜਿੱਥੇ ਬੱਚਾ ਭੱਜ ਰਿਹਾ, ਖੇਡ ਰਿਹਾ, ਦੌੜ ਰਿਹਾ, ਐਕਟਿਵ ਆ, ਹਨਾ। ਸ਼ਾਂਤ ਹੈਗਾ ਜਦੋਂ ਥੱਕ ਗਿਆ, ਬਹਿ ਕੇ ਕਿਸੇ ਟੋਏ ਦੇ ਨਾਲ ਖੇਡਣ ਲੱਗ ਗਿਆ। ਤਾਂ ਦੋਨੋਂ ਐਕਟੀਵਿਟੀਜ਼ ਨੇ ਜਿਹੜੀਆਂ ਗਤੀਵਿਧੀ ਦਾ ਹਿੱਸਾ ਹੁੰਦੀਆਂ, ਠੀਕ ਹੈ ਜੀ। ਅਗਲੀ ਸਟੇਟਮੈਂਟ ਹੈ ਟੀਚਰ ਸ਼ੁੱਡ ਗਾਈਡ ਚਿਲਡਰਨ ਡਿਊਰਿੰਗ ਐਕਟੀਵਿਟੀ। ਟੀਚਰ ਨੂੰ ਆ ਜਿਹੜਾ ਜਦੋਂ ਵੀ ਐਕਟੀਵਿਟੀ ਕਰ ਰਿਹਾ ਹੋਊਗਾ ਬੱਚਾ, ਉਹਦੇ ਡਿਊਰਿੰਗ ਬੱਚੇ ਨੂੰ ਗਾਈਡ ਕਰਨਾ ਚਾਹੀਦਾ, ਬਿਲਕੁਲ ਸਹੀ। ਅਗਲੀ ਸਟੇਟਮੈਂਟ ਹੈਗੀ ਆ ਮੈਕਸਿਮਮ ਟਾਈਮ ਆਫ ਐਕਟੀਵਿਟੀ 2 ਆਰ, ਬਿਲਕੁਲ ਗਲਤ। ਇਹਨਾਂ ਤਾਂ ਬੱਚਿਆਂ ਲਈ ਵੀ ਵਿਚਾਰਿਆਂ ਲਈ ਮਸਾ 3 ਤੋਂ 4 ਘੰਟੇ ਸਕੂਲ ਦੇ ਵਿੱਚ ਸਪੈਂਡ ਕੀਤੇ ਜਾਂਦੇ, ਤੇ 2 ਘੰਟੇ ਉਹ ਐਕਟੀਵਿਟੀ ਦੇ ਉੱਪਰ ਸਪੈਂਡ ਨਹੀਂ ਕਰ ਸਕਦੇ ਤੁਸੀਂ ਲਗਾਤਾਰ।
2 ਘੰਟੇ ਐਕਟੀਵਿਟੀ ਨਹੀਂ ਦੇ ਸਕਦੇ, ਇਸ ਕਰਕੇ ਡੀ ਸਟੇਟਮੈਂਟ ਆ ਜਿਹੜੀ ਇੱਥੇ ਉਹ ਕੀ ਆਪਣੇ ਕੋਲੇ ਰੋਂਗ। ਠੀਕ ਹੈ, ਇੱਥੇ ਅਸੀਂ ਗਲਤੀ ਪੁੱਛਿਆ ਸੀਗਾ ਕਿ ਕਿਹੜੀ ਗਤੀਵਿਧੀ ਸ਼ੈਲੀ ਦੇ ਵਿੱਚੋਂ ਗਲਤ ਆ। ਠੀਕ ਹੈ, ਤਾਂ ਸਾਡੇ ਕੋਲ ਡੀ ਮੈਕਸਿਮਮ 30 ਮਿੰਟ ਅਸੀਂ ਲੈ ਸਕਦੇ ਹਾਂ, ਐਵਰੇਜ 20 ਮਿੰਟ ਲੈ ਸਕਦੇ ਹਾਂ। ਠੀਕ ਹੈ ਜੀ, ਐਕਟੀਵਿਟੀ ਦੇ ਲਈ। ਨੈਕਸਟ ਹੈ ਆਪਣੇ ਕੋਲ which is best method of learn language at pre primary level। pre primary level ਦੇ ਉੱਪਰ language teach ਕਰਨ ਦੇ ਲਈ ਸਭ ਤੋਂ ਵਧੀਆ ਮੈਥਡ ਕਿਹੜਾ? ਪਹਿਲਾ ਹੈਗਾ ਪ੍ਰੋਜੈਕਟ ਮੈਥਡ। ਪ੍ਰੋਜੈਕਟ ਮੈਥਡ ਲਾਈਫ ਰਿਲੇਟਡ ਹੁੰਦਾ ਹੈ ਨਾ, ਕੋਈ ਵੀ ਪ੍ਰੋਬਲਮ ਦਿੱਤੀ ਜਾਊਗੀ, ਬੱਚਾ ਆਪ ਉਹਨੂੰ ਲਰਨ ਕਰੂਗਾ, ਐਕਟੀਵਿਟੀ ਕਰਕੇ ਲਰਨ ਕਰੂਗਾ। ਆਬਜ਼ਰਵੇਸ਼ਨ ਮੈਥਡ ਦੇ ਵਿੱਚ ਟੀਚਰ ਆਬਜ਼ਰਵ ਕਰੂਗਾ ਬੱਚੇ ਨੂੰ ਕਿ ਉਹ ਕਿਵੇਂ ਸਿੱਖ ਰਿਹਾ। ਤੇ ਜਦੋਂ ਭਾਸ਼ਾ ਸਿਖਾਊਗਾ ਉਦੋਂ ਇੱਕ ਬਹੁਤ ਇੰਪੋਰਟੈਂਟ ਮੈਥਡ ਹੁੰਦਾ ਫੋਨੈਟਿਕ ਮੈਥਡ ਜਾਂ ਸਟੋਰੀ ਟੈਲਿੰਗ ਮੈਥਡ। ਇਹ ਦੋਨੋਂ ਮੈਥਡ ਆ ਜਿਹੜੇ ਪ੍ਰਾਇਮਰੀ ਪ੍ਰੀ ਪ੍ਰਾਇਮਰੀ ਲੈਵਲ ਦੇ ਉੱਪਰ ਭਾਸ਼ਾ ਸਿਖਾਉਣ ਦੇ ਲਈ ਵਰਤੇ ਜਾਂਦੇ ਆ। ਬੀ ਮਤਲਬ ਫੋਨੈਟਿਕ ਮੈਥਡ। ਤਾਂ 13 ਦਾ ਆਨਸਰ ਆ ਸਾਡੇ ਕੋਲ ਬੀ। ਫੋਨੈਟਿਕ ਮੈਥਡ ਕੀ ਹੁੰਦਾ? ਸਾਊਂਡਸ ਕ੍ਰੀਏਟ ਕਰਦਾ ਬੱਚਾ, ਜਿਵੇਂ ਅਸੀਂ ਕਹਿੰਦੇ ਆ ਏ ਬੀ ਸੀ, ਤਾਂ ਉਹ ਸਾਊਂਡਸ ਨੂੰ ਸੁਣਦਾ, ਸਾਊਂਡਸ ਨੂੰ ਮੂੰਹ ਦੇ ਵਿੱਚ ਪ੍ਰੋਡਿਊਸ ਕਰਦਾ। ਠੀਕ ਹੈ, ਤਾਂ ਇਹ ਇੱਕ ਮੈਥਡ ਆ ਜਿਹੜਾ ਕਿ ਪ੍ਰੀ ਪ੍ਰਾਇਮਰੀ ਲੈਵਲ ਦੇ ਉੱਪਰ ਖਾਸ ਕਰਕੇ ਲੈਂਗੁਏਜ ਸਿਖਾਉਣ ਦੇ ਲਈ ਵਰਤਿਆ ਜਾਂਦਾ। ਨੈਕਸਟ ਆਪਣੇ ਕੋਲ who gave the suggestion to add project method in education। ਦੇਖੋ ਹਨਾ, ਤਾਂ ਜਿਹੜਾ ਐਜੂਕੇਸ਼ਨ ਦੇ ਵਿੱਚ ਐਡ ਕਰਨਾ ਚਾਹੀਦਾ, ਇਹ ਕੀ ਨੇ ਆਖਿਆ? ਜੌਨ ਡੈਵੀ ਨੇ। ਠੀਕ ਹੈ ਜੀ, ਮੈਂ ਪਹਿਲਾਂ ਵੀ ਕਿਹਾ ਕਿ ਲਰਨਿੰਗ ਬਾਈ ਡੂਇੰਗ ਦਾ ਕਨਸੈਪਟ ਆ ਜਿਹੜਾ ਉਹ ਜੌਨ ਡੈਵੀ ਦੇ ਦੁਆਰਾ ਦੇ ਨਾਲ ਡੀਲ ਕਰਦਾ। ਠੀਕ ਹੈ, ਤਾਂ ਜਿਹੜਾ ਸਾਡੇ ਕੋਲ ਇੱਥੇ ਸਟੇਟਮੈਂਟ ਹੈ ਕਿ ਜੌਹਨ ਡੈਵੀ ਨੇ ਸਿੱਖਿਆ ਦੇ ਵਿੱਚ ਇਹਨੂੰ ਸ਼ਾਮਲ ਕਰਨ ਦੀ ਗੱਲ ਕਹੀ ਸੀ, ਪਰ ਮੈਥਡ ਨੂੰ ਉਹਨੇ ਪ੍ਰੋਜੈਕਟ ਮੈਥਡ ਦਾ ਨਾਮ ਨਹੀਂ ਸੀ ਦਿੱਤਾ। ਪ੍ਰੋਜੈਕਟ ਮੈਥਡ ਦਾ ਨਾਮ ਦਿੱਤਾ ਸੀ ਕਿਲਪੈਟਰਿਕ ਨੇ। ਇਸ ਕਰਕੇ ਜਿਹੜਾ ਕਿਲਪੈਟਰਿਕ ਆ ਉਹ ਮੰਨਿਆ ਜਾਂਦਾ ਕਿ ਇਹਨੇ ਪ੍ਰੋਜੈਕਟ ਮੈਥਡ ਦਿੱਤਾ, ਪਰ ਉਹਦਾ ਆਧਾਰ ਤਿਆਰ ਕਰਨ ਵਾਲਾ ਕੌਣ ਸੀ? ਜੌਨ ਡੈਵੀ। What should the first step of activity method? ਐਕਟੀਵਿਟੀ ਮੈਥਡ ਦਾ ਜਿਹੜਾ ਪਹਿਲਾ ਸਟੈਪ ਕੀ ਆ? ਐਕਟੀਵਿਟੀ ਮੈਥਡ ਜਦੋਂ ਵੀ ਤੁਸੀਂ ਕੋਈ ਟੀਚਰ ਐਕਟੀਵਿਟੀ ਦੇ ਰਿਹਾ ਬੱਚੇ ਨੂੰ, ਤਾਂ ਉਹਦੇ ਲਈ ਜਿਹੜਾ ਸਭ ਤੋਂ ਪਹਿਲਾ ਮੈਥਡ ਹੋਊਗਾ ਉਹ ਕਿਹੜਾ ਹੋਊਗਾ? ਸਭ ਤੋਂ ਪਹਿਲਾ ਸਟੈਪ ਕਿਹੜਾ ਹੋਊਗਾ? ਸਿਲੈਕਸ਼ਨ ਆਫ ਐਕਟੀਵਿਟੀ। ਠੀਕ ਹੈ, ਜਿਹੜੀ ਐਕਟੀਵਿਟੀ ਨੂੰ ਸਿਲੈਕਟ ਕਰਨਾ ਹੈਗਾ ਉਹ ਟੀਚਰ ਦਾ ਸਭ ਤੋਂ ਪਹਿਲਾ ਸਟੈਪ ਆ। ਠੀਕ ਹੈ, ਗਤੀਵਿਧੀ ਦਾ ਮੁਲਾਂਕਣ ਉਹ ਬਿਲਕੁਲ ਐਂਡ ਤੇ ਕਰੂਗਾ, ਡਿਊਰਿੰਗ ਆਬਜ਼ਰਵੇਸ਼ਨ ਕਰੂਗਾ, ਪਰ ਜਿਹੜਾ ਸਭ ਤੋਂ ਪਹਿਲਾ ਸਟੈਪ ਹੋਊਗਾ ਉਹ ਕੀ ਹੋਊਗਾ? ਸਿਲੈਕਸ਼ਨ ਆਫ ਐਕਟੀਵਿਟੀ। ਠੀਕ ਹੈ ਜੀ, ਇਹ ਸੀਗੇ ਅੱਜ ਦੇ ਤੁਹਾਡੇ MCQ। ਨੈਕਸਟ ਵੀਡੀਓ ਦੇ ਵਿੱਚ ਅਗਲੇ ਜਿਹੜੇ MCQ ਨੇ ਨੈਕਸਟ ਟੌਪਿਕ ਦੇ ਲੈ ਕੇ ਆਵਾਂਗੇ। ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਜੇ ਤੁਹਾਡੇ ਲਈ ਹੈਲਪਫੁਲ ਹੋ ਰਿਹਾ। ਥੈਂਕ ਯੂ ਸੋ ਮਚ।